ਤੁਸੀਂ ਕੈਨੇਡਾ ਦੀ ਜੇ ਅੱਜ ਫਾਈਲ ਲਾਉਂਦੇ ਜੇ ਤਾਂ ਵੀਜ਼ਾ ਕਿਸੇ ਵੀ ਹਾਲਤ ਦੇ ਵਿੱਚ ਵੀਜ਼ਾ ਰਿਫਿਊਜ਼ ਨਹੀਂ ਹੁੰਦਾ ਤੁਹਾਡਾ। ਅਫਸਰਾਂ ਨੇ ਕੀ ਦੱਸਿਆ ਕਿ ਤੁਸੀਂ ਆਪ ਦਾ ਵੀਜ਼ਾ ਆਨਲਾਈਨ ਅਪਲਾਈ ਕਰਨਾ। ਇੱਥੇ ਤੱਕ ਅਫਸਰ ਨੇ ਗਾਰੰਟੀ ਦੇ ਦਿੱਤੀ ਕਿ ਜੇ ਤੁਸੀਂ ਵੀਜ਼ਾ ਅਪਲਾਈ ਕਰਦੇ ਜੇ ਅਸੀਂ ਤੁਹਾਨੂੰ 100% ਵੀਜ਼ਾ ਦੇਵਾਂਗੇ। ਅਸੀਂ 100% ਦੀ ਗਾਰੰਟੀ ਲੈਂਦੇ ਆ, ਅਸੀਂ 100% ਪੈਸੇ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ। ਅਸੀਂ 100% ਦੀ ਗਾਰੰਟੀ ਲੈਂਦੇ ਆ ਤੁਹਾਡਾ ਦਾਖਲਾ ਕਰਾ ਕੇ ਦੇਵਾਂਗੇ। ਅੱਜ ਗੈਪ ਵਾਲੇ ਬੱਚੇ ਨੂੰ ਵੀ ਵੀਜ਼ਾ ਮਿਲਦਾ ਪਿਆ, ਅੱਜ ਰਿਫਿਊਜ਼ਲ ਵਾਲੇ ਨੂੰ ਵੀ ਮਿਲਦਾ ਪਿਆ, ਜਿਹਦੇ ਨੰਬਰ ਘੱਟ ਆ ਉਹਨੂੰ ਵੀ ਮਿਲਦਾ ਪਿਆ, ਜਿਹਦੇ ਬੈਂਡ ਘੱਟ ਆ ਉਹਨੂੰ ਵੀ ਮਿਲਦਾ ਪਿਆ। ਤੁਸੀਂ ਕਹਿੰਦੇ ਹੋ ਕੈਨੇਡਾ ਜਾਣਾ, ਜੇ ਕਾਲਜ ਸੱਦੂਗਾ ਤੇ ਤੁਸੀਂ ਜਾਓਗੇ। ਸਾਨੂੰ ਤੁਸੀਂ ਪੈਸੇ ਦਿੱਤੇ ਹੀ ਨਹੀਂ। ਅਸੀਂ ਤਾਂ ਪੈਸੇ ਤਾਂ ਲੈਣੇ ਆ ਜੇ ਤੁਹਾਨੂੰ ਚੜਾਉਣਾ। ਅਸੀਂ ਵੀਜ਼ਾ ਲਵਾਵਾਂਗੇ ਜਦੋਂ ਤੁਸੀਂ ਟਰੈਵਲ ਕਰਨਾ ਵਾ, ਫਿਰ ਅਸੀਂ ਪੈਸੇ ਲੈਣੇ ਤੁਹਾਡੇ ਕੋਲ। ਔਰ ਤੁਸੀਂ ਸਰਕਾਰੀ 'ਚ ਭੇਜੋਗੇ ਜਾਂ ਪ੍ਰਾਈਵੇਟ 'ਚ? ਤੁਹਾਡਾ ਕੀ? ਅਸੀਂ ਤਾਂ ਉੱਥੇ ਬੱਚਾ ਭੇਜਦੇ ਹਾਂ ਜੀ ਜਿੱਥੇ ਅਸੀਂ ਬੱਚਾ ਭੇਜ ਸਕੀਏ। ਬੱਚਾ ਸਾਡੇ ਹਿਸਾਬ ਨਾਲ ਜਾਊਗਾ, ਅਸੀਂ ਪੈਸੇ ਬਾਅਦ 'ਚੋਂ ਲਵਾਂਗੇ। ਅਸੀਂ ਜ਼ਿੰਮੇਵਾਰੀ ਲਵਾਂਗੇ ਉਹਨੂੰ ਚੜ੍ਹਾਉਣ ਦੀ ਵੀ, ਚਾਹੇ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ। ਬਟ ਜੇ ਕੋਈ ਅੜਿਆ ਹੀ ਪਿਆ ਕਿ ਨਹੀਂ ਜੀ ਮੈਂ ਤਾਂ ਜਾਣਾ ਹੀ ਟੋਰਾਂਟੋ ਦੇ ਵਿੱਚ ਆ ਜਾਂ ਮੈਂ ਜਾਣਾ ਹੀ ਮੈਨੀਟੋਬਾ 'ਚ, ਉਹਦੀ ਆਪ ਦੀ ਸ਼ਰਧਾ ਵਾ। ਤੇ ਜਿਹੜੇ ਵਿਦਿਆਰਥੀਆਂ ਨੂੰ ਤੁਸੀਂ ਵਿਦੇਸ਼ ਭੇਜਦੇ ਹੋ ਪੜ੍ਹਨ ਦੇ ਲਈ, ਉਹ ਕਾਲਜ ਹੁੰਦੇ ਆ ਜਿੱਥੋਂ ਵਰਕ ਪਰਮਿਟ ਉਹਨਾਂ ਨੂੰ ਬਾਅਦ 'ਚ ਮਿਲਦਾ? ਪੋਸਟ ਵਰਕ ਪਰਮਿਟ ਕਾਲਜ ਨੇ ਨਹੀਂ ਦੇਣਾ, ਵਰਕ ਪਰਮਿਟ ਗਵਰਨਮੈਂਟ ਨੇ ਦੇਣਾ। ਨਹੀਂ, ਕਈ ਕਾਲਜਸ ਹੁੰਦੇ ਆ ਨਾ ਕੋਈ ਵੀ ਕਾਲਜ ਕੈਨੇਡਾ ਦੇ ਵਿੱਚ ਵਰਕ ਪਰਮਿਟ ਨਹੀਂ ਦਿੰਦਾ। ਨਹੀਂ, ਕਾਲਜ ਤਾਂ ਨਹੀਂ ਦਿੰਦਾ, ਕਾਲਜ ਨਹੀਂ ਦਿੰਦਾ, ਗਵਰਨਮੈਂਟ ਦੀ। ਮੈਂ ਤੁਹਾਨੂੰ ਸਾਲ ਦਾ ਕੋਰਸ ਦੇ ਦਿੱਤਾ ਪ੍ਰਾਈਵੇਟ ਕਾਲਜ, ਤੁਸੀਂ ਅਗਲਾ ਸਾਲ ਦਾ ਉੱਥੇ ਗਵਰਨਮੈਂਟ ਕਾਲਜ ਪੜ੍ਹਦੇ ਕਰਾ ਸਕਦੇ ਆ। ਸਾਲ ਬਾਅਦ ਗਵਰਨਮੈਂਟ ਕਾਲਜ ਪੜ੍ਹ ਕੇ ਤੁਸੀਂ ਫਿਰ ਵਰਕ ਪਰਮਿਟ ਲੈ ਲਿਓ। ਔਰ ਐਸੈਂਸ਼ੀਅਲ ਕੋਰਸਿਸ ਕਿਹੜੇ ਨੇ ਵੀ ਜਿਹੜੇ ਵਿਦਿਆਰਥੀ ਉੱਥੇ ਜਾ ਕੇ ਕਰਨ? ਬੱਚਾ ਡਾਕਟਰੀ ਦਾ ਕੋਰਸ ਲੈ ਲਵੇ ਜੀ, ਤੁਸੀਂ ਡਾਕਟਰੀ ਨਾਲ ਨਹੀਂ ਹੈਗੀ ਮੈਡੀਕਲ ਦੇ ਨਾਲ ਰਿਲੇਟਡ। ਔਰ ਇਹ ਸਾਰਾ ਪ੍ਰੋਸੈਸ ਐਮਬੈਸੀ ਨੇ ਸਤੰਬਰ ਇਨਟੇਕ ਲਈ ਰੱਖਿਆ, ਇਹ ਜਨਵਰੀ ਇਨਟੇਕ ਲਈ ਨਹੀਂ ਹੈਗਾ। ਬਹੁਤ ਸਾਰੇ ਲੋਕ ਇਹ ਸੋਚਦੇ ਸੀ ਕਿ ਅਸੀਂ ਜਨਵਰੀ 'ਚ ਅਪਲਾਈ ਕਰ ਲਾਂਗੇ, ਅਸੀਂ ਐਲਟ ਕਰਕੇ ਅਪਲਾਈ ਕਰ ਲਾਂਗੇ। ਤੁਹਾਡੇ ਘੱਟ ਬੈਂਡ ਨਾ ਅੱਜ ਉਹ ਦਾਖਲਾ ਦੇਣ ਨੂੰ ਤਿਆਰ ਆ ਕਾਲਜਾਂ ਵਾਲੇ। ਇਹ ਸਾਰਾ ਕੁਝ ਸਤੰਬਰ ਇਨਟੇਕ ਲਈ ਹੋ ਰਿਹਾ। ਤੁਹਾਡੇ ਬੈਂਡ ਘੱਟ ਨੇ ਫਿਰ ਵੀ ਵੀਜ਼ਾ ਲੱਗ ਜੂਗਾ, ਨੰਬਰ ਘੱਟ ਨੇ ਫਿਰ ਵੀ ਵੀਜ਼ਾ ਲੱਗ ਜੂਗਾ। ਕੋਈ ਜਾਲੀ ਕਾਗਜ਼ ਲਾਇਆ ਫਿਰ ਵੀਜ਼ਾ ਨਹੀਂ ਲੱਗਣਾ। ਨਮਸਕਾਰ, ਜਗਬਾਨੀ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਤਿਨ ਕੁਮਾਰ ਸ਼ਰਮਾ। ਅੱਜ ਇੱਕ ਚੰਗੀ ਖਬਰ ਲੈ ਕੇ ਆਏ ਹਾਂ ਕਿਉਂਕਿ ਤੁਸੀਂ ਲਗਾਤਾਰ ਕਰੋਨਾ ਵਾਇਰਸ ਦੀਆਂ ਖਬਰਾਂ ਸੁਣ ਕੇ ਬੋਰ ਹੋ ਚੁੱਕੇ ਹੋਵੋਗੇ, ਕ੍ਰਾਈਮ ਦੀਆਂ ਖਬਰਾਂ ਸੁਣ ਕੇ ਤੁਸੀਂ ਉੱਕ ਚੁੱਕੇ ਹੋਵੋਗੇ। ਇਸ ਤੋਂ ਇਲਾਵਾ ਜੋ ਸਿਆਸਤ ਦੇ ਵਿੱਚ ਹਲਚਲ ਚੱਲਦੀ ਰਹਿੰਦੀ ਹੈ ਉਹ ਤਾਂ ਲਗਾਤਾਰ ਇੱਕ ਦੂਸਰੇ ਤੇ ਦੁਸ਼ਮਣਬਾਜ਼ੀ ਹੁੰਦੀ ਰਹਿੰਦੀ ਹੈ, ਉਸ ਤੋਂ ਵੀ ਤੁਸੀਂ ਬੋਰ ਹੁੰਦੇ ਰਹੋਗੇ। ਲੇਕਿਨ ਇਸ ਵਕਤ ਇੱਕ ਚੰਗੀ ਖਬਰ ਆਈ ਹੈ। ਉਹ ਚੰਗੀ ਖਬਰ ਆਈ ਹੈ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚੋਂ, ਖਾਸ ਕਰ ਉਹਨਾਂ ਲੋਕਾਂ ਲਈ ਜਿਹੜੇ ਉਮੀਦ ਰੱਖਦੇ ਸੀ ਕਿ ਉਹ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦੇ ਆ। ਲੇਕਿਨ ਵਿੱਚ ਖਬਰਾਂ ਇਹ ਵੀ ਸੀ ਕਿ ਤੁਸੀਂ ਐਡਮਿਸ਼ਨ ਤਾਂ ਲੈ ਲਓ ਲੇਕਿਨ ਪੜ੍ਹਾਈ ਇੰਡੀਆ 'ਚ ਰਹਿ ਕੇ ਕਰੋ। ਇਸ ਦਾ ਵੀ ਹੁਣ ਇੱਕ ਹੱਲ ਨਿਕਲਦਾ ਆ ਰਿਹਾ ਹੈ। ਵਿਨੇ ਹਰੀ ਜੀ ਹੋਰੀ ਸਾਡੇ ਨਾਲ ਇਸ ਵਕਤ ਸਟੂਡੀਓ ਦੇ ਵਿੱਚ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਅਸੀਂ ਕਰਾਂਗੇ। ਵਿਨੇ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਧੰਨਵਾਦ ਜੀ ਤੁਹਾਡਾ ਵੀ। ਇੱਕ ਬੜੀ ਹੀ ਚੰਗੀ ਖਬਰ ਆ ਰਹੀ ਹੈ ਇਮੀਗ੍ਰੇਸ਼ਨ ਦੇ ਗਲਿਆਰਿਆਂ ਦੇ ਵਿੱਚੋਂ। ਤੁਸੀਂ ਬੜੇ ਹੀ ਉਤਸੁਕ ਹੋ ਕੇ ਸਾਨੂੰ ਦੱਸ ਰਹੇ ਸੀ। ਮੈਂ ਚਾਹੂੰਗਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਇਸ ਵਕਤ ਕੀ ਚੱਲ ਰਿਹਾ। ਕੈਨੇਡਾ ਦੀ ਸਰਕਾਰ ਨੇ, ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇੱਕ ਵੈਬੀਨਾਰ ਕੀਤਾ, ਤੁਸੀਂ ਵੀ ਉਸ ਵੈਬੀਨਾਰ ਦੇ ਵਿੱਚ ਸੀਗੇ। ਵੈਬੀਨਾਰ ਦੇ ਵਿੱਚੋਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਹੁਣ ਜਿਹੜੇ ਵਿਦਿਆਰਥੀ ਨੇ ਉਹਨੂੰ ਗੱਫਿਆਂ ਦੇ ਵਿੱਚ ਵੀਜ਼ੇ ਮਿਲ ਸਕਦੇ ਆ। ਤਕਰੀਬਨ ਜਿਹੜਾ ਵੀ ਬੰਦਾ ਹੁਣ ਜਿਹਦੀ ਐਲੀਜੀਬਿਲਟੀ ਬਣਦੀ ਹੈ, ਥੋੜਾ ਬਹੁਤਾ ਵੀ ਪੜ੍ਹਿਆ ਲਿਖਿਆ ਹੈ, ਤੇ ਉਹਦਾ ਵੀਜ਼ਾ ਪੱਕਾ ਲੱਗ ਸਕਦਾ। ਇਹ ਕਿਵੇਂ ਹੋਊਗਾ ਹੁਣ? ਇਹ ਪਹਿਲੀ ਵਾਰੀ ਹੋਇਆ ਜਦੋਂ ਦਾ ਮੈਂ ਵਪਾਰ ਸ਼ੁਰੂ ਕੀਤਾ 11 ਵਰ੍ਹਿਆਂ ਦੇ ਵਿੱਚ ਪਹਿਲੀ ਵਾਰੀ ਕਿਸੇ ਅੰਬੈਸੀ ਨੇ ਡੇਢ ਘੰਟੇ ਦੇ 4 ਵੈਬੀਨਾਰ ਕੀਤੇ ਆ। ਇਹਨਾਂ ਚਾਰੇ ਵੈਬੀਨਾਰਾਂ ਦੇ ਵਿੱਚ ਅੰਬੈਸੀ ਦੇ ਅਫਸਰਾਂ ਨੇ ਕੱਲਾ ਕੁਐਸਚਨ ਲਿਆ, ਕੱਲੇ ਸਟੂਡੈਂਟ ਦਾ। ਇਸ ਵੈਬੀਨਾਰ ਦਾ ਹਿੱਸਾ ਬਹੁਤ ਸਾਰੇ ਸਟੂਡੈਂਟ ਵੀ ਸੀਗੇ, ਬਹੁਤ ਸਾਰੇ ਏਜੰਟ ਵੀ ਸੀਗੇ, ਬਹੁਤ ਸਾਰੇ ਨੁਮਾਇੰਦੇ ਵੀ ਸੀਗੇ। ਇਸ ਵੈਬੀਨਾਰ ਦੇ ਵਿੱਚ ਸਾਰੇ ਤਰ੍ਹਾਂ ਦੇ ਸਵਾਲ ਪੁੱਛੇ ਗਏ ਔਰ ਅਫਸਰਾਂ ਵੱਲੋਂ ਬੜੇ ਵਧੀਆ ਤਰੀਕੇ ਨਾਲ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ। ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਨੂੰ ਬਿਆਨ ਦੇਣੇ ਪੈ ਗਏ ਆ ਕੇ ਕਿ $21 ਬਿਲੀਅਨ ਦੀ ਸਾਡੀ ਇੰਡਸਟਰੀ ਹੈ, $21 ਬਿਲੀਅਨ ਦੀ ਸਾਡੀ ਸਟੂਡੈਂਟ ਵੀਜ਼ਾ ਦੀ ਇੰਡਸਟਰੀ ਹੈ ਤੇ ਅਸੀਂ ਇੰਟਰਨੈਸ਼ਨਲ ਸਟੂਡੈਂਟ ਨੂੰ ਵੀਜ਼ਾ ਦੇਣ ਲਈ ਤਿਆਰ ਜੇ। ਉਹ ਕਹਿ ਰਹੇ ਆ ਕਿ ਅਸੀਂ ਸਾਰਾ ਕੰਮ ਆਨਲਾਈਨ ਕਰਦੇ ਪਏ ਹਾਂ। ਆਨਲਾਈਨ ਪ੍ਰੋਸੈਸਿੰਗ ਹੁੰਦੀ ਵੀ, ਪੇਪਰ ਐਪਲੀਕੇਸ਼ਨ ਬੰਦ ਹੋ ਚੁੱਕੀ ਹੈ। ਤੁਸੀਂ ਕੈਨੇਡਾ ਦੀ ਜੇ ਅੱਜ ਫਾਈਲ ਲਾਉਂਦੇ ਜੇ ਤਾਂ ਵੀਜ਼ਾ ਕਿਸੇ ਵੀ ਹਾਲਤ ਦੇ ਵਿੱਚ ਵੀਜ਼ਾ ਰਿਫਿਊਜ਼ ਨਹੀਂ ਹੁੰਦਾ ਤੁਹਾਡਾ। ਅਫਸਰਾਂ ਨੇ ਕੀ ਦੱਸਿਆ ਕਿ ਤੁਸੀਂ ਆਪ ਦਾ ਵੀਜ਼ਾ ਆਨਲਾਈਨ ਅਪਲਾਈ ਕਰਨਾ। 2 ਹਿੱਸਿਆਂ ਦੇ ਵਿੱਚ ਵੀਜ਼ੇ ਨੂੰ ਵੰਡਿਆ ਗਿਆ। ਬਹੁਤ ਸਾਰੇ ਲੋਕਾਂ ਨੇ ਆਲਰੇਡੀ ਇਹ ਚੀਜ਼ਾਂ ਐਕਸਪਲੇਨ ਕੀਤੀਆਂ, ਮੈਂ ਜਿਹਦੇ ਵਿੱਚ ਨਹੀਂ ਜਾਊਂਗਾ। ਪਹਿਲੇ ਸਟੈਪ ਰੱਖਿਆ ਗਿਆ ਜਿਹਨੂੰ ਨਾਂ ਦਿੱਤਾ ਗਿਆ ਐਲੀਜੀਬਿਲਿਟੀ।
ਦੂਸਰੇ ਦਾ ਨਾਮ ਰੱਖਿਆ ਗਿਆ ਐਡਮਿਸਿਬਿਲਿਟੀ। ਹੁਣ ਐਲੀਜੀਬਿਲਿਟੀ ਦੇ ਵਿੱਚ ਕੀ ਕਿਹਾ ਅਫਸਰ ਨੇ ਕਿ ਜਿਹੜਾ ਬੰਦਾ ਐਲੀਜੀਬਿਲਿਟੀ ਪੂਰੀ ਕਰਦਾ ਅਸੀਂ ਉਹਨੂੰ ਵੀਜ਼ਾ ਦੇਵਾਂਗੇ। ਪਹਿਲੀ AIP ਵੀਜ਼ੇ ਦਾ ਨਾਮ ਰੱਖਿਆ ਗਿਆ AIP। ਪਹਿਲਾ ਵਾਰੀ ਜਦੋਂ ਤੁਸੀਂ ਕੇਸ ਅਪਲਾਈ ਕਰਨਾ ਤੁਹਾਨੂੰ AIP ਮਿਲਣੀ ਹੈ, ਅਪਰੂਵਲ ਇਨ ਪ੍ਰਿੰਸੀਪਲ। ਇੱਥੇ ਤੱਕ ਅਫਸਰ ਨੇ ਗਾਰੰਟੀ ਦੇ ਦਿੱਤੀ ਕਿ ਜੇ ਤੁਸੀਂ ਵੀਜ਼ਾ ਅਪਲਾਈ ਕਰਦੇ ਜੇ ਅਸੀਂ ਤੁਹਾਨੂੰ 100% ਵੀਜ਼ਾ ਦੇਵਾਂਗੇ। ਬਟ ਮੈਂ ਕਿਤੇ ਨਾ ਕਿਤੇ 100% ਵਰਡ ਸਾਡੀ ਇੰਡਸਟਰੀ ਦੇ ਵਿੱਚ ਨਹੀਂ ਯੂਜ਼ ਕੀਤਾ ਜਾ ਸਕਦਾ। ਅਸੀਂ 100% ਦੀ ਗਾਰੰਟੀ ਲੈਂਦੇ ਹਾਂ, ਅਸੀਂ 100% ਪੈਸੇ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ। ਅਸੀਂ 100% ਦੀ ਗਾਰੰਟੀ ਲੈਂਦੇ ਹਾਂ, ਤੁਹਾਡਾ ਦਾਖਲਾ ਕਰਾ ਕੇ ਦੇਵਾਂਗੇ। ਅੰਬੈਸੀ ਦਾ ਅਫਸਰ ਕੀ ਕਹਿ ਰਿਹਾ? ਅੰਬੈਸੀ ਦਾ ਅਫਸਰ ਕਹਿ ਰਿਹਾ ਕਿ ਜੇ ਤੁਸੀਂ ਆਪ ਦੀ ਫਾਈਲ ਜਮ੍ਹਾਂ ਕਰਾ ਦਿਓਗੇ, ਜੇ ਤੁਸੀਂ ਆਪ ਦੀ ਫਾਈਲ ਜਮ੍ਹਾਂ ਕਰਾ ਦਿੰਦੇ ਹੋ, ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੁੰਦਾ, ਤੁਹਾਨੂੰ ਅਸੀਂ AIP ਦੇਵਾਂਗੇ। ਜੇ ਅੱਜ ਤੁਸੀਂ ਕੈਨੇਡਾ ਦੇ ਕਿਸੇ ਕਾਲਜ ਤੋਂ ਐਡਮਿਸ਼ਨ ਲੈ ਲੈਂਦੇ ਹੋ, ਜੇ ਤੁਹਾਨੂੰ ਕਿਸੇ ਕੈਨੇਡਾ ਦੇ ਕਾਲਜ ਨੇ ਦਾਖਲਾ ਦੇ ਦਿੱਤਾ ਤਾਂ ਵੀਜ਼ਾ ਰਿਫਿਊਜ਼ ਨਹੀਂ ਹੋਣਾ ਤੁਹਾਡਾ। ਹਰ ਇੱਕ ਬੱਚੇ ਨੂੰ AIP ਮਿਲੇਗੀ। 7 ਅਗਸਤ ਦੇ ਵਿੱਚ ਜਿਹੜਾ ਵੈਬੀਨਾਰ ਹੋਇਆ ਉਹ 'ਚ ਅਫਸਰ ਨੂੰ ਪੁੱਛਿਆ ਗਿਆ ਕਿ ਤੁਸੀਂ ਕਦੋਂ ਸਾਨੂੰ AIP ਦਿਓਗੇ। ਅਗਲੇ ਨੇ ਇੱਕੋ ਜਵਾਬ ਦਿੱਤਾ, ਐਜ਼ ਸੂਨ ਐਜ਼ ਪੋਸੀਬਲ। ਸਵੇਰ ਨੂੰ ਇਹ ਮੀਟਿੰਗ ਹੋਈ, ਦੁਪਹਿਰ ਦੇ 3:30 ਵਜੇ ਤੱਕ ਇਹ ਮੀਟਿੰਗ ਚੱਲੀ ਤੇ ਸ਼ਾਮੀ 6 ਤੋਂ 7 ਵਜੇ ਤੱਕ ਸਾਰੇ ਪੰਜਾਬ 'ਚ ਸਾਰੇ ਏਜੰਟਾਂ ਨੂੰ AIP ਆਉਣੀਆਂ ਸ਼ੁਰੂ ਹੋ ਗਈਆਂ। ਅੱਜ ਗੈਪ ਵਾਲੇ ਬੱਚੇ ਨੂੰ ਵੀ ਵੀਜ਼ਾ ਮਿਲਦਾ ਪਿਆ, ਅੱਜ ਰਿਫਿਊਜ਼ਲ ਵਾਲੇ ਨੂੰ ਵੀ ਮਿਲਦਾ ਪਿਆ, ਜਿਹਦੇ ਨੰਬਰ ਘੱਟ ਆ ਉਹਨੂੰ ਵੀ ਮਿਲਦਾ ਪਿਆ, ਜਿਹਦੇ ਬੈਂਡ ਘੱਟ ਆ ਉਹਨੂੰ ਵੀ ਮਿਲਦਾ ਪਿਆ। ਮੈਂ ਨਹੀਂ ਕਹਿੰਦਾ ਤੁਹਾਨੂੰ ਕੈਨੇਡਾ ਇਨਵਾਈਟ ਕਰਦਾ ਪਿਆ। ਇੰਗਲੈਂਡ ਦਾ ਵੀਜ਼ਾ ਬਿਨਾਂ ਆਈਲਟ ਦੇ ਸਾਰਿਆਂ ਨੇ ਦੇਖ ਲਏ ਲੱਗਦੇ ਹੋਏ। ਇੰਗਲੈਂਡ ਦਾ ਵੀਜ਼ਾ ਰਿਫਿਊਜ਼ ਨਹੀਂ ਹੋ ਰਿਹਾ, ਕੈਨੇਡਾ ਦਾ ਵੀਜ਼ਾ ਰਿਫਿਊਜ਼ ਨਹੀਂ ਹੋ ਰਿਹਾ। ਆਸਟ੍ਰੇਲੀਆ ਵਾਲੇ ਵੀ ਖੁੱਲ੍ਹ ਕੇ ਵੀਜ਼ਾ ਦੇਣਾ ਚਾਹੁੰਦੇ ਆ। ਇਹ ਪਹਿਲੀ ਵਾਰੀ ਹੋਇਆ ਦੁਨੀਆ ਦੇ ਵਿੱਚ। ਇਹ ਪਹਿਲੀ ਵਾਰੀ ਮੈਂ ਆਪਣੀ ਹਿਸਟਰੀ 'ਚ ਦੇਖਿਆ ਕਿ ਅੱਜ ਮੁੱਲ ਪੈ ਰਿਹਾ ਵਾ ਬੱਚੇ ਪੜ੍ਹਨ ਵਾਲੇ ਦਾ। ਅੱਜ ਕੈਨੇਡਾ ਜਾਣ ਲਈ ਕੀ ਐਲੀਜੀਬਿਲਿਟੀ ਚਾਹੀਦੀ ਹੈ? ਤੁਸੀਂ 12ਵੀਂ ਪਾਸ ਹੋ, ਤੁਸੀਂ 12ਵੀਂ ਪਾਸ ਹੋ, ਫਾਈਲ ਜਮ੍ਹਾਂ ਕਰਾ ਦਿਓ। 15 ਸਤੰਬਰ ਦਾ ਉਹਨਾਂ ਨੇ ਟਾਈਮ ਦਿੱਤਾ। 15 ਸਤੰਬਰ ਤੱਕ ਜਿਹੜਾ ਵੀ ਬੱਚਾ ਫਾਈਲ ਜਮ੍ਹਾਂ ਕਰਾ ਦੇਗਾ ਉਹਨੂੰ AIP ਮਿਲ ਜੇਗੀ। ਉਹ ਆਪਣੇ ਮਾਪੇ ਦਾ ਨਾਮ ਜਾ ਕੇ ਰੋਸ਼ਨ ਕਰ ਸਕਦਾ। ਜੀ ਜਿਵੇਂ ਤੁਸੀਂ ਦੱਸਿਆ ਕਿ ਵੀਜ਼ਾ ਮਿਲ ਜੂਗਾ, ਪਰ ਉਹ ਵੀਜ਼ਾ ਦੇਣ ਦੇ ਬਾਅਦ ਵੀ ਕਹਿੰਦੇ ਆ ਕਿ ਤੁਸੀਂ ਘਰ ਬਹਿ ਕੇ ਪੜ੍ਹੋ। ਬੰਦਾ 10 ਲੱਖ ਰੁਪਇਆ ਦੇ ਰਿਹਾ ਤੇ 1 ਸਮੈਸਟਰ ਜਾਂ 2 ਸਮੈਸਟਰ ਦੀ ਫੀਸ ਤੇ ਉਹ ਘਰੇ ਬਹਿ ਕੇ ਪੜ੍ਹ ਰਿਹਾ। ਜੇ ਵਿਅਕਤੀ ਨੇ ਘਰੇ ਬਹਿ ਕੇ ਹੀ ਪੜ੍ਹਨਾ ਹੈ ਤੇ ਉਹ ਲੱਖਾਂ ਰੁਪਇਆ ਕਿਉਂ ਖਰਚ ਕਰੇ? ਆਖਿਰਕਾਰ ਇੱਕ ਬੰਦਾ ਜਾਣਾ ਤਾਂ ਹੀ ਚਾਹੁੰਦਾ ਨਾ ਸਟੂਡੈਂਟ, ਕਿ ਮੈਂ ਉੱਥੇ ਆਪਣੀ ਜ਼ਿੰਦਗੀ ਸਫਲ ਬਣਾ ਸਕਾਂ, ਉੱਥੇ ਕਾਰੋਬਾਰ ਵੀ ਕਰਾਂ, ਜਿਹੜਾ ਮੈਂ ਲੋਨ ਚੁੱਕਿਆ ਮੈਂ ਉਹ ਵੀ ਉਤਾਰ ਸਕਾਂ, ਆਖਿਰ ਦੇ ਵਿੱਚ ਆਪਣਾ ਘਰ ਪਰਿਵਾਰ ਵੀ ਸੈੱਟ ਕਰ ਸਕਾਂ। ਦੇਖੋ, 2 ਤਰ੍ਹਾਂ ਦੇ ਲੋਕ ਇਹ ਵਪਾਰ ਕਰਦੇ ਆ। ਸਾਡੀ ਇੰਡਸਟਰੀ 'ਚ 2 ਤਰ੍ਹਾਂ ਦੇ ਏਜੰਟ ਹੁੰਦੇ ਆ। ਇੱਕ ਏਜੰਟ ਉਹ ਹੈ ਜਿਹਨੇ ਤੁਹਾਡਾ ਕੇਸ ਅਪਲਾਈ ਕਰਨਾ, ਤੁਹਾਡੇ ਕੋਲੋਂ ਅਪਲਾਈ ਕਰਨ ਦੇ ਪੈਸੇ ਲੈਣੇ ਆ। ਬਿਲਕੁਲ। ਤੁਸੀਂ ਆਪ ਦਾ ਵੀਜ਼ਾ ਕਰੋਨਾ ਤੋਂ ਪਹਿਲਾਂ ਅਪਲਾਈ ਕੀਤਾ ਸੀ ਕਿਸੇ ਏਜੰਟ ਤੋਂ, ਤੁਸੀਂ ਉਹਨੂੰ ਉਹਦੇ ਪੈਸੇ ਦੇ ਦਿੱਤੇ ਸੀਗੇ, ਉਹ ਪੈਸੇ ਖਾ ਪੀ ਗਿਆ। ਹੁਣ ਤੁਹਾਡੀ ਵਾਰੀ ਆ, ਹੁਣ ਤੁਸੀਂ ਦੁਬਾਰਾ ਜਾ ਰਹੇ ਹੋ ਏਜੰਟ ਦੇ ਕੋਲ, ਉਹਨੇ ਦੁਬਾਰਾ ਪੈਸੇ ਲੈਣੇ ਤੁਹਾਡੇ ਕੋਲ। ਲੋਕਾਂ ਨੇ ਜਿਨ੍ਹਾਂ ਨੇ ਅਪਲਾਈ ਕਰਾਉਣਾ ਵਾ, ਅਪਲਾਈ ਕਰਨ ਦੇ ਪੈਸੇ ਦਿੰਦੇ ਆ ਲੋਕ। ਤੁਸੀਂ ਅਪਲਾਈ ਕੀਤਾ ਕੈਨੇਡਾ ਦਾ ਵੀਜ਼ਾ, ਤੁਹਾਡਾ XYZ ਕਾਲਜ 'ਚ ਅਪਲਾਈ ਹੋ ਗਿਆ। ਜ਼ਿਆਦਾਤਰ ਬੱਚੇ ਪੰਜਾਬ 'ਚ ਕੀ ਚਾਹੁੰਦੇ ਆ? ਅਸੀਂ ਗੌਰਮੈਂਟ ਕਾਲਜ 'ਚ ਅਪਲਾਈ ਕਰਨਾ, ਅਸੀਂ ਵਰਕ ਪਰਮਿਟ ਵਾਲੇ ਕਾਲਜ 'ਚ ਅਪਲਾਈ ਕਰਨਾ। ਕੈਨੇਡਾ ਦੇ ਵਿੱਚ 100-150 ਕਾਲਜ ਯੂਨੀਵਰਸਿਟੀਆਂ ਇਹੋ ਜਿਹੇ ਜਿਹੜੇ ਵਰਕ ਪਰਮਿਟ ਮਿਲਦਾ ਪੜ੍ਹਾਈ ਤੋਂ ਬਾਅਦ। ਤੁਸੀਂ ਕਿਸੇ ਵੀ ਕਾਲਜ ਦੇ ਵਿੱਚ ਵੀਜ਼ਾ ਅਪਲਾਈ ਕੀਤਾ, ਤੁਹਾਡਾ ਵੀਜ਼ਾ ਲੱਗਾ ਨਾ ਲੱਗਾ, ਏਜੰਟ ਨੂੰ ਉਹਦੇ ਪੈਸੇ ਮਿਲ ਚੁੱਕੇ ਆ। ਦੂਸਰੇ ਸਾਡੇ ਵਰਗੇ ਏਜੰਟ ਕੰਮ ਕਰਦੇ ਆ ਜਿਨ੍ਹਾਂ ਦਾ ਕੰਮ ਹੈ ਵੀਜ਼ੇ 'ਤੇ ਕੰਮ ਕਰਨਾ। ਅਸੀਂ ਪੈਸੇ ਨਹੀਂ ਲਏ ਤੁਹਾਡੇ ਕੋਲੋਂ, ਅਸੀਂ ਪੈਸੇ ਉਸ ਦਿਨ ਲੈਣੇ ਜਦੋਂ ਤੁਹਾਡਾ ਵੀਜ਼ਾ ਲੱਗੇਗਾ। ਹੁਣ ਜਿਸ ਵੀ ਕਾਲਜ ਨੂੰ ਤੁਸੀਂ ਪੈਸੇ ਦੇ ਚੁੱਕੇ ਹੋ ਜਨਵਰੀ ਦੇ ਵਿੱਚ, ਫਰਵਰੀ 'ਚ, ਮਾਰਚ, ਅਪ੍ਰੈਲ 'ਚ, ਹੁਣ ਅੱਜ ਸਤੰਬਰ ਆ ਗਿਆ। ਸਤੰਬਰ ਦੇ ਵਿੱਚ ਕੈਨੇਡੀਅਨ ਗੌਰਮੈਂਟ ਕੀ ਕਹਿ ਰਹੀ ਹੈ? ਟਰੈਵਲ ਬੈਨ ਹੈ। ਟਰੈਵਲ ਬੈਨ ਹੈ। ਉਹੀ ਬੱਚਾ ਕੈਨੇਡਾ ਦੇ ਵਿੱਚ ਉਤਰ ਸਕਦਾ ਜਿਹੜਾ ਸੈਂਸ਼ੀਅਲ ਟਰੈਵਲਰ ਹੈ। ਹੁਣ ਸੈਂਸ਼ੀਅਲ ਵਰਡ ਸਾਰਿਆਂ ਨੂੰ ਪਤਾ ਵਾ। ਅੱਜ ਕਰੋਨਾ ਦੇ ਵਿੱਚ ਜੇ ਅੱਜ ਕਿਸੇ ਨੂੰ ਪਤਾ ਲੱਗ ਗਿਆ ਨਾ ਕੁਆਰੰਟਾਈਨ ਕੀ ਹੁੰਦਾ, ਤਾਂ ਲੋਕਾਂ ਨੂੰ ਸੈਂਸ਼ੀਅਲ ਵੀ ਪਤਾ। ਹੁਣ ਸੈਂਸ਼ੀਅਲ ਕੌਣ ਬੱਚਾ ਹੋ ਸਕਦਾ ਵਾ? ਇਹਦੀ ਡੈਫੀਨੇਸ਼ਨ ਕੀ ਹੈ ਕਿ ਤੁਹਾਡੇ ਹੀ ਉੱਥੇ ਬਹੁਤ ਜ਼ਿਆਦਾ ਲੋੜ ਹੈ ਕਿਸੇ ਕਲਾਸ ਦੇ ਵਿੱਚ। 90% ਤੋਂ ਵੱਧ ਕਾਲਜ ਤਾਂ ਹਜੇ ਖੁੱਲ੍ਹੇ ਹੀ ਨਹੀਂ। ਕਾਲਜਾਂ ਦੇ ਨੁਮਾਇੰਦੇ ਆਪਣੇ ਘਰ ਬੈਠ ਕੇ ਕੰਮ ਕਰਦੇ ਪਏ ਆ, ਨਾ ਕੋਈ ਟੀਚਰ ਹੈ ਉੱਥੇ ਤੁਹਾਨੂੰ ਪੜ੍ਹਾਉਣ ਲਈ। ਕਿਹੜਾ ਕਾਲਜ ਤੁਹਾਨੂੰ ਅੱਜ ਫਲਾਈ ਕਰਾ ਲੂਗਾ? ਕੈਨੇਡੀਅਨ ਗੌਰਮੈਂਟ ਕਹਿੰਦੀ ਆ ਤੁਸੀਂ ਆਉਣਾ, ਤੁਹਾਡੇ ਕਾਲਜ ਨੂੰ ਜ਼ਿੰਮੇਵਾਰੀ ਲੈਣੀ ਪੈਣੀ। ਤੁਹਾਡੀ ਕਾਲਜ ਇੱਕ ਟਰੈਵਲ ਲੈਟਰ ਦੇਗਾ ਕਿ ਤੁਹਾਡੀਆਂ ਕਲਾਸਾਂ ਦੇ ਵਿੱਚ ਕਿਉਂ ਲੋੜ ਹੈ, ਤੁਹਾਨੂੰ ਕਿਉਂ ਬੁਲਾਇਆ ਜਾ ਰਿਹਾ, ਕੀ ਤੁਹਾਡਾ ਕੋਰਸ ਲੈਬੋਰਟਰੀ ਵਾਲਾ ਵਾ, ਕੀ ਕੈਨੇਡਾ ਦੇ ਕਾਲਜਾਂ ਦੇ ਕੋਲ ਅੱਜ ਰਿਸੋਰਸਿਸ ਹੈਗੇ ਆ ਤੁਹਾਨੂੰ ਕਰੋਨਾ ਦੇ ਦੌਰਾਨ ਪੜ੍ਹਾਉਣ ਦੇ? ਉਹ ਤਾਂ ਆਲਰੇਡੀ ਆਪਣੀ ਦੁਕਾਨ ਬੰਦ ਕਰਕੇ ਘਰਾਂ 'ਚ ਬੈਠੇ ਹੋਏ ਆ। ਤੁਸੀਂ ਕਹਿੰਦੇ ਹੋ ਕੈਨੇਡਾ ਜਾਣਾ, ਜੇ ਕਾਲਜ ਸੱਦੂਗਾ ਤਾਂ ਤੁਸੀਂ ਜਾਓਗੇ। ਸਾਨੂੰ ਤੁਸੀਂ ਪੈਸੇ ਦਿੱਤੇ ਹੀ ਨਹੀਂ। ਅਸੀਂ ਤਾਂ ਪੈਸੇ ਤਾਂ ਲੈਣੇ ਆ ਜੇ ਤੁਹਾਨੂੰ ਚੜ੍ਹਾਉਣਾ। ਅਸੀਂ ਵੀਜ਼ਾ ਲਵਾਵਾਂਗੇ ਜਦੋਂ ਤੁਸੀਂ ਟਰੈਵਲ ਕਰਨਾ ਵਾ, ਫਿਰ ਅਸੀਂ ਪੈਸੇ ਲੈਣੇ ਤੁਹਾਡੇ ਕੋਲ। ਜਦੋਂ ਤੁਸੀਂ ਟਰੈਵਲ ਹੀ ਨਹੀਂ ਕਰ ਸਕਦੇ, ਫਿਰ ਕਿਹਨੇ ਪੈਸੇ ਦੇਣੇ ਆ? ਦੂਸਰੇ ਪਾਸੇ ਤੁਸੀਂ ਸਰਕਾਰੀ ਕਾਲਜ ਨੂੰ ਪਹਿਲਾਂ ਹੀ ਫੀਸ ਤਾਰ ਕੇ ਬੈਠੇ ਹੋਏ ਹੋ।
ਹੁਣ ਕਾਲਜ ਕਿੱਦਾਂ ਬੁਲਾਊਗਾ ਤੁਹਾਨੂੰ? ਐਸੈਂਸ਼ੀਅਲ ਟਰੈਵਲਰ ਕੌਣ ਹੈ? ਜਿਹਦਾ ਕੋਰਸ ਪ੍ਰੈਕਟੀਕਲ ਹੈ। ਕਿਸੇ ਵੀ ਹਾਲਾਤ ਦੇ ਵਿੱਚ ਤੁਹਾਡਾ ਪੈਸਾ ਖਰਾਬ ਨਹੀਂ ਹੋਣਾ ਚਾਹੀਦਾ। ਉਸ ਚੀਜ਼ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ। ਜੇ ਤੁਸੀਂ ਆਨਲਾਈਨ ਪੜ੍ਹਾਈ ਇੱਥੇ ਸ਼ੁਰੂ ਕਰ ਲਈ ਤੇ ਤੁਹਾਡੇ ਪੈਸੇ ਤਾਂ ਫਿਰ ਆਨਲਾਈਨ 'ਚ ਹੀ ਨਿਕਲ ਗਏ। ਸਾਡੇ ਕੋਲ ਅਪਲਾਈ ਕਰੋਗੇ, ਅਸੀਂ ਜ਼ਿੰਮੇਵਾਰ ਬੈਠੇ ਹਾਂ, ਸਾਡਾ ਕਾਲਜ ਜ਼ਿੰਮੇਵਾਰ ਹੈ। ਜਿੱਦਾਂ ਹੀ ਹਾਲਾਤ ਠੀਕ ਹੁੰਦੇ ਆ ਤੁਹਾਨੂੰ ਟਰੈਵਲ ਕਰਾਇਆ ਜਾਏਗਾ। ਜੇ ਤੁਸੀਂ ਟਰੈਵਲ ਨਹੀਂ ਹੁੰਦੇ ਤੁਹਾਡੇ ਪੈਸੇ ਵਾਪਸ ਕੀਤੇ ਜਾਣਗੇ। ਅਸੀਂ ਹੱਕਦਾਰ ਤਾਂ ਹੈਗੇ ਹਾਂ ਜੇ ਤੁਸੀਂ ਜਾਣਾ। ਅਸੀਂ ਇਹ ਪੈਸੇ ਤੁਹਾਡੇ ਕੋਲ ਲੈ ਰਹੇ ਹਾਂ। ਅਸੀਂ ਤੁਹਾਡਾ ਪ੍ਰੋਸੈਸ ਸ਼ੁਰੂ ਕਰਦੇ ਪਏ ਹਾਂ, ਤੁਹਾਨੂੰ ਕੈਨੇਡਾ ਭੇਜਣ ਲਈ ਸ਼ੁਰੂ ਕਰਦੇ ਪਏ ਹਾਂ, ਨਾ ਕਿ ਆਨਲਾਈਨ ਕਲਾਸ ਲਈ ਸ਼ੁਰੂ ਕਰਦੇ ਪਏ ਹਾਂ। ਪਰ ਵਿਨੇ ਜੀ ਇਹਦੇ ਵਿੱਚ ਦਿੱਕਤਾਂ ਹੋਰ ਵੀ ਨੇ। ਜੇਕਰ ਯੂਨੀਵਰਸਿਟੀਜ਼ ਕਹਿ ਰਹੀਆਂ ਨੇ ਤੁਸੀਂ ਘਰੇ ਬਹਿ ਕੇ ਪੜ੍ਹ ਸਕਦੇ ਹੋ, ਪਰ ਵਿਦਿਆਰਥੀ ਫਿਰ ਪੜ੍ਹਨਗੇ ਕਿਵੇਂ? ਕਿਉਂਕਿ ਟਾਈਮ ਦਾ ਦੇਖੋ ਕਿੰਨਾ ਗੈਪ ਆ। ਜਦੋਂ ਸਾਡੇ ਦਿਨ ਹੋਣਾ ਉੱਥੇ ਰਾਤ ਹੋਣੀ ਆ। ਜਤਨ ਜੀ ਰਾਤ ਨੂੰ ਪੜ੍ਹਨਾ ਪੈਣਾ ਵਾ ਜਾਗ ਕੇ। ਰਾਤ ਨੂੰ ਜਾਗ ਕੇ ਪੜਾਂਗੇ ਆਪਾਂ। ਇੰਟਰਨੈਟ ਦੀ ਸਪੀਡ ਵੈਸੇ ਹੀ ਸਾਰਿਆਂ ਕੋਲ ਉਨੀ ਕੁ ਹੁੰਦੀ ਹੈ। ਰਾਤ ਨੂੰ ਜਾਗ ਕੇ ਤੁਸੀਂ ਪੜ੍ਹਦੇ ਪਏ ਹੋ ਔਰ ਕੈਨੇਡੀਅਨ ਗਵਰਨਮੈਂਟ ਕਹਿ ਰਹੀ ਤੁਸੀਂ 50% ਪੜ੍ਹਾਈ ਇੰਡੀਆ 'ਚ ਪੜ੍ਹਨੀ ਹੈ। ਯਾਨੀ ਜੇ 2 ਸਾਲ ਦਾ ਤਾਂ 1 ਸਾਲ 2 ਸਾਲ ਆ, ਮਤਲਬ ਸਾਲ ਤੁਸੀਂ ਇੱਥੇ ਪੜ੍ਹਨਾ। ਹੁਣ ਤੁਸੀਂ ਕੈਨੇਡਾ ਨੂੰ ਅਗਲੇ ਸਾਲ ਜਾਣਾ ਔਰ ਪੈਸੇ ਪਹਿਲਾਂ 10 ਲੱਖ ਪੈਸੇ ਤੁਸੀਂ ਤਾਰ ਚੁੱਕੇ ਹੋ। ਜਦੋਂ ਅਗਲੀ ਵਾਰੀ ਜਾਣਾ ਪੈਸੇ ਦੁਬਾਰਾ ਤਾਰਨੇ ਪੈਣੇ। ਉਹ ਵੀ ਤਾਂ ਜੇ ਪਾਸ ਜਿਹੜੀ ਫੀਸ ਤੁਸੀਂ ਦੇਤੀ ਆ, ਜਿਹੜੀ ਅੱਜ ਤੁਸੀਂ ਕੈਨੇਡਾ ਦੇ ਵੀਜ਼ਾ ਲੈ ਲਿਆ, ਤੁਹਾਨੂੰ ਵੀਜ਼ਾ ਮਿਲ ਗਿਆ, ਤੁਸੀਂ ਆਨਲਾਈਨ ਪੜ੍ਹਾਈ ਸ਼ੁਰੂ ਕਰਤੀ, ਉਹ ਜਿਹੜਾ ਪੈਸਾ ਕੈਨੇਡਾ ਗਿਆ ਸੀ ਉਹ ਪੈਸਾ ਮੁੱਕ ਗਿਆ ਹੁਣ ਤੁਹਾਡਾ। ਹੁਣ ਤੁਹਾਡੇ ਤੇ ਪ੍ਰੈਸ਼ਰ ਕੀ ਹੈ? ਤੁਹਾਡੇ ਤੇ ਪ੍ਰੈਸ਼ਰ ਰਾਤ ਨੂੰ ਜਾ ਕੇ ਤੁਹਾਨੂੰ ਪੜ੍ਹਨਾ ਪੈਣਾ। ਹੁਣ ਤੁਹਾਨੂੰ ਪਾਸ ਹੋਣਾ ਪੈਣਾ। ਜੇ ਤੁਸੀਂ ਪਾਸ ਨਹੀਂ ਹੁੰਦੇ ਦੁਬਾਰਾ ਫਿਰ ਨਹੀਂ ਤੁਹਾਨੂੰ ਚੜ੍ਹ ਦੇਣਾ। ਔਰ ਤੁਸੀਂ ਸਰਕਾਰੀ 'ਚ ਭੇਜੋਗੇ ਜਾਂ ਪ੍ਰਾਈਵੇਟ 'ਚ? ਤੁਹਾਡਾ ਕੀ? ਅਸੀਂ ਤਾਂ ਉੱਥੇ ਬੱਚਾ ਭੇਜਦੇ ਹਾਂ ਜੀ ਜਿੱਥੇ ਅਸੀਂ ਬੱਚਾ ਭੇਜ ਸਕੀਏ। ਬੱਚਾ ਸਾਡੇ ਹਿਸਾਬ ਨਾਲ ਜਾਊਗਾ, ਅਸੀਂ ਪੈਸੇ ਬਾਅਦ 'ਚੋਂ ਲਵਾਂਗੇ। ਅਸੀਂ ਜ਼ਿੰਮੇਵਾਰੀ ਲਵਾਂਗੇ ਉਹਨੂੰ ਚੜ੍ਹਾਉਣ ਦੀ ਵੀ, ਚਾਹੇ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ। ਬਟ ਜੇ ਕੋਈ ਅੜਿਆ ਹੀ ਪਿਆ ਕਿ ਨਹੀਂ ਜੀ ਮੈਂ ਤਾਂ ਜਾਣਾ ਹੀ ਟੋਰਾਂਟੋ ਦੇ ਵਿੱਚ ਆ ਜਾਂ ਮੈਂ ਜਾਣਾ ਹੀ ਮੈਨੀਟੋਬਾ 'ਚ, ਉਹਦੀ ਆਪ ਦੀ ਸ਼ਰਧਾ ਵਾ। ਸਾਡਾ ਕਾਰੋਬਾਰ ਕੀ ਹੈ? ਅਸੀਂ ਵੀਜ਼ਾ ਸਰਵਿਸ 'ਤੇ ਕੰਮ ਕਰਦੇ ਹਾਂ। ਅਸੀਂ ਵੀਜ਼ਾ ਲਵਾਉਣਾ ਵਾ, ਤੁਹਾਨੂੰ ਠੀਕ ਠਾਕ ਚੜ੍ਹਾਉਣਾ ਵਾ। ਅਸੀਂ ਉਸ ਚੀਜ਼ ਦੀ ਜ਼ਿੰਮੇਵਾਰੀ ਲੈਂਦੇ ਹਾਂ। ਅਸੀਂ ਉਸ ਕਾਲਜ ਨਾਲ ਕੰਮ ਕਰਦੇ ਹਾਂ ਜਿੱਥੇ ਕੋਈ ਸੁਣਦਾ ਸਾਡੀ। ਜਿੱਥੇ ਕੋਈ ਸੁਣਨੀ ਨਹੀਂ ਕਿਸੇ ਨੇ, ਉੱਥੇ ਕੰਮ ਕਰਕੇ ਕੀ ਕਰਾਂਗੇ? ਤੇ ਜਿਹੜੇ ਵਿਦਿਆਰਥੀਆਂ ਨੂੰ ਤੁਸੀਂ ਵਿਦੇਸ਼ ਭੇਜਦੇ ਹੋ ਪੜ੍ਹਨ ਦੇ ਲਈ, ਉਹ ਕਾਲਜ ਹੁੰਦੇ ਆ ਜਿੱਥੋਂ ਵਰਕ ਪਰਮਿਟ ਉਹਨਾਂ ਨੂੰ ਬਾਅਦ ਚ ਮਿਲਦਾ? ਵਰਕ ਪਰਮਿਟ ਕਾਲਜ ਨੇ ਨਹੀਂ ਦੇਣਾ, ਵਰਕ ਪਰਮਿਟ ਗਵਰਨਮੈਂਟ ਨੇ ਦੇਣਾ। ਨਹੀਂ, ਕਈ ਕਾਲਜਸ ਹੁੰਦੇ ਆ ਨਾ ਕੋਈ ਵੀ ਕਾਲਜ ਕੈਨੇਡਾ ਦੇ ਵਿੱਚ ਵਰਕ ਪਰਮਿਟ ਨਹੀਂ ਦਿੰਦਾ। ਨਹੀਂ, ਕਾਲਜ ਤਾਂ ਨਹੀਂ ਦਿੰਦਾ। ਕਾਲਜ ਨਹੀਂ ਦਿੰਦਾ। ਗਵਰਨਮੈਂਟ ਦੀ ਇੱਕ ਪਾਲਿਸੀ ਬਣੀ ਹੈ ਕਿ ਜੇ ਤੁਸੀਂ ਅੱਜ ਟੋਰਾਂਟੋ ਦੇ ਵਿੱਚ ਜਾਂਦੇ ਹੋ ਪ੍ਰਾਈਵੇਟ ਕਾਲਜ 'ਚ ਤਾਂ ਤੁਹਾਨੂੰ ਵਰਕ ਰਾਈਟਸ ਨਹੀਂ ਮਿਲਦੇ। ਤੁਹਾਡੇ ਕੋਲ ਬਾਅਦ 'ਚੋਂ ਜਦੋਂ ਪੜ੍ਹਾਈ ਖਤਮ ਹੋ ਜਾਂਦੀ ਉਸ ਤੋਂ ਬਾਅਦ ਤੁਹਾਨੂੰ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ। ਜੇ ਤੁਸੀਂ ਮੌਂਟਰੀਅਲ 'ਚ ਜਾਂਦੇ ਹੋ ਫਿਰ ਸਾਰਿਆਂ ਨੂੰ ਮਿਲ ਜਾਂਦਾ। ਬਟ ਪੜ੍ਹਾਈ ਦੀ ਵੈਲਿਊ ਹੈ ਨਾ। ਤੁਹਾਨੂੰ 2 ਸਾਲ ਦਾ ਕੈਨੇਡਾ 'ਚ ਕੋਰਸ ਚਾਹੀਦਾ। ਮੈਂ ਤੁਹਾਨੂੰ ਸਾਲ ਦਾ ਕੋਰਸ ਦੇ ਦਿੱਤਾ ਪ੍ਰਾਈਵੇਟ ਕਾਲਜ, ਤੁਸੀਂ ਅਗਲਾ ਸਾਲ ਦਾ ਉੱਥੇ ਗਵਰਨਮੈਂਟ ਕਾਲਜ ਪੜ੍ਹਦੇ ਹੋ। ਸਾਲ ਬਾਅਦ ਗਵਰਨਮੈਂਟ ਕਾਲਜ ਪੜ੍ਹ ਕੇ ਤੁਸੀਂ ਫਿਰ ਵਰਕ ਪਰਮਿਟ ਲੈ ਲਿਓ। ਮੈਂ ਇਹ ਥੋੜ੍ਹੀ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਭਾਈ ਵਰਕ ਪਰਮਿਟ 'ਤੇ ਚੱਲੇ ਤੁਸੀਂ ਸਟੂਡੈਂਟ ਵੀਜ਼ੇ ਦੇ ਹੋ, ਪੜ੍ਹਾਈ ਤੁਸੀਂ ਪੜ੍ਹਨ ਚੱਲੇ ਹੋ, 20 ਘੰਟੇ ਕੰਮ ਕਰਨ ਦੀ ਤੁਹਾਨੂੰ ਪਰਮਿਸ਼ਨ ਹੈ। ਇਹ ਚੀਜ਼ਾਂ ਤੋਂ ਸੋਚ ਕੇ ਜਾਓਗੇ, ਪਹੁੰਚ ਜਾਓਗੇ। ਤੁਸੀਂ ਇਸੇ ਚੀਜ਼ 'ਤੇ ਫਸੇ ਰਹੋਗੇ ਕਿ ਮੈਂ ਵਰਕ ਪਰਮਿਟ ਲੈਣਾ। ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਮਿਲਣਾ ਨਹੀਂ ਮਿਲਣਾ ਉਹ ਸਰਕਮਸਟੈਂਸਿਸ 'ਤੇ ਡਿਪੈਂਡ ਕਰਦਾ। ਉਹ ਡਿਪੈਂਡ ਕਰਦਾ ਤੁਸੀਂ ਪਾਸ ਵੀ ਹੋ ਰਹੇ ਹੋ ਕਿ ਨਹੀਂ ਹੋ ਰਹੇ। ਬਿਲਕੁਲ। ਇੱਕ ਕਾਲਜ ਹੈ, ਮੈਂ ਨਾਂ ਨਹੀਂ ਲਊਂਗਾ, ਟੋਰਾਂਟੋ ਦੇ ਵਿੱਚ ਕਾਲਜ, ਉਹ 5 ਦਿਨ ਕਾਲਜ ਲੱਗਦਾ ਔਰ 5 ਦਿਨ ਉਹ ਕਾਲਜ ਲੱਗਦਾ ਔਰ 90% ਬੱਚੇ ਉੱਥੇ ਫੇਲ ਹੋ ਜਾਂਦੇ। ਹੁਣ ਇਹੋ ਜਿਹੇ ਸਰਕਾਰੀ ਕਾਲਜ ਨੂੰ ਕੀ ਕਰੋਗੇ ਜਿੱਥੇ ਤੁਸੀਂ ਫੇਲ ਹੀ ਹੋਗੇ? ਬਿਲਕੁਲ। ਕਾਲਜ ਦਾ ਮਤਲਬ ਹੁੰਦਾ ਕੈਨੇਡਾ 'ਚ 2 ਦਿਨ ਦੀ ਪੜ੍ਹਾਈ। ਹੁਣ ਇੱਕ ਕਾਲਜ 2 ਦਿਨ ਤੁਹਾਨੂੰ ਪੜ੍ਹਾ ਰਿਹਾ, 2 ਦਿਨ ਪੜ੍ਹ ਕੇ ਤੁਹਾਡਾ ਛੁਟਕਾਰਾ। ਤੁਸੀਂ ਆਪ ਦਾ ਕੰਮ ਵੀ ਕਰੀ ਜਾ ਰਹੇ ਜੇ, ਤੁਸੀਂ ਆਪਦੇ ਸਾਰੇ ਰਿਸ਼ਤੇਦਾਰ ਭੈਣ ਭਰਾ ਨੂੰ ਮਿਲ ਵੀ ਲੈ ਜੇ, ਤੁਸੀਂ ਕੈਨੇਡਾ ਨੂੰ ਮੰਨਦੇ ਵੀ ਪਏ ਜੇ, ਤੁਹਾਨੂੰ 5 ਦਿਨ ਪੜ੍ਹਨਾ ਪੈ ਰਿਹਾ। ਉਸ ਤੋਂ ਬਾਅਦ ਪ੍ਰੈਸ਼ਰ ਬਹੁਤ ਹੈ, ਫਿਰ ਤੁਸੀਂ ਫੇਲ ਹੋ ਗਏ। ਜਦੋਂ ਫੇਲ ਹੋ ਗਏ ਤੁਹਾਡੀ ਫੀਸ ਤਾਂ ਫਿਰ ਖਰਾਬ ਹੋ ਗਈ। ਤੇ ਬਹੁਤ ਸਾਰੇ ਪੈਰਾਮੀਟਰ ਹੈ। ਅੱਜ ਦੇਖਣਾ ਇਹ ਹੈ ਵੀ ਕਾਮਯਾਬ ਕਿੱਦਾਂ ਹੋਵਾਂਗੇ। ਕਾਮਯਾਬ ਹੋਣ ਲਈ ਪਹਿਲਾਂ ਉੱਥੇ ਉਤਰਨਾ ਪੈਣਾ। ਅੱਜ ਏਜੰਟ ਉਹ ਚਾਹੀਦਾ ਜਿਹੜਾ ਜ਼ਿੰਮੇਵਾਰੀ ਲਵੇ, ਭਾਈ ਮੈਂ ਤੈਨੂੰ ਤਾਰੂੰਗਾ, ਮੈਂ ਤੈਨੂੰ ਠੀਕ ਠਾਕ ਉੱਥੇ ਤਾਰੂੰਗਾ, ਨਹੀਂ ਤਾਰੂੰਗਾ ਤਾਂ ਭਰਾਵਾ ਮੈਂ ਤੇਰੇ ਪੈਸੇ ਮੋੜੂੰਗਾ। ਬਿਲਕੁਲ। ਇਹਦਾ ਕੀ ਮਤਲਬ ਹੋਇਆ? ਕੰਮ ਸ਼ੁਰੂ ਨਹੀਂ ਹੋਇਆ, ਤੁਸੀਂ ਪੈਸੇ ਵੀ ਲੈ ਲਏ। ਅੱਜ ਪੈਸੇ ਵੀ ਚਲੇ ਗਿਆ, ਏਜੰਟ ਨੂੰ ਏਜੰਟ ਦਾ ਪੈਸਾ ਮਿਲ ਗਿਆ, ਕਾਲਜ ਨੂੰ ਕਾਲਜ ਦਾ ਪੈਸਾ ਮਿਲ ਗਿਆ, ਬੱਚਾ ਤਾਂ ਫਿਰ ਇੰਡੀਆ ਬੈਠਾ, ਉਹਨੂੰ ਕਿਹਾ ਜਾ ਰਿਹਾ ਆਨਲਾਈਨ ਪੜ੍ਹੋ। ਯਾਨੀ ਤੁਸੀਂ ਪੈਸੇ ਉਦੋਂ ਲਵੋਗੇ ਜਦੋਂ ਦੇ ਹੱਥ ਵਿੱਚ ਮੈਂ ਆਨਲਾਈਨ ਸਟੈਂਪ ਲੱਗਿਆ। ਦੇਖੋ ਜੀ, ਮੈਂ ਪਹਿਲਾਂ ਤਾਂ ਮੈਂ ਆਨਲਾਈਨ ਪੜ੍ਹਾਉਣਾ ਨਹੀਂ ਕਿਸੇ ਨੂੰ ਵੀ। ਬਿਲਕੁਲ। ਮੈਂ ਪੈਸੇ ਉਦੋਂ ਲੈਣੇ ਜਦੋਂ ਕਿਹਦੀ ਏਆਈਪੀ ਆ ਗਈ, ਜਦੋਂ ਅਪਰੂਵਲ ਆ ਗਈ। ਉਸ ਤੋਂ ਬਾਅਦ ਜੇ ਤੁਹਾਡਾ ਬੱਚਾ ਟਰੈਵਲ ਨਹੀਂ ਕਰਦਾ ਤੇ ਮੈਂ ਉਹ ਪੈਸੇ ਮੋੜਨੇ ਆ। ਓਕੇ। ਮੈਂ ਉਹ ਪੈਸੇ ਦਾ ਹੱਕਦਾਰ ਤਾਂ ਵਾਂ ਜੇ ਮੈਂ ਤੁਹਾਡਾ ਬੱਚਾ ਚੜਾਉਂਗਾ। ਜੇ ਬੱਚਾ ਤੁਹਾਡਾ ਚੜ੍ਹਿਆ ਹੀ ਨਹੀਂ, ਜੇ ਤੁਹਾਨੂੰ ਆਨਲਾਈਨ ਹੀ ਪੜ੍ਹਨਾ ਪੈ ਗਿਆ, ਫਿਰ ਕੀ ਫਾਇਦਾ ਹੋਇਆ? ਇੱਥੇ ਆਨਲਾਈਨ ਪੜ੍ਹਨ ਦੇ ਥੋੜੀ ਕੋਈ 10-10 ਲੱਖ ਰੁਪਏ ਦੇ ਰਹੇ। ਬਿਲਕੁਲ। ਔਰ ਐਸੈਂਸ਼ੀਅਲ ਕੋਰਸਿਸ ਕਿਹੜੇ ਨੇ ਵੀ ਜਿਹੜੇ ਵਿਦਿਆਰਥੀ ਉੱਥੇ ਜਾ ਕੇ ਕਰਨ? ਬੱਚਾ ਡਾਕਟਰੀ ਦਾ ਕੋਰਸ ਲੈ ਲਵੇ ਜੀ,
ਤੁਸੀਂ ਡਾਕਟਰੀ ਨਹੀਂ, ਪਰ ਜਿਹਦੀ background ਨਹੀਂ ਹੈਗੀ ਉਹ ਮੈਡੀਕਲ ਦੇ ਨਾਲ ਰਿਲੇਟਡ, ਜਿਨ੍ਹਾਂ ਦੀ ਬੈਕਗ੍ਰਾਉਂਡ ਹੈਗੀ ਉਹਨਾਂ ਨੂੰ ਮਿਲੂਗਾ ਨਾ ਜੀ। ਹੁਣ ਬੱਚਾ ਇੱਥੇ ਪੜ੍ਹਿਆ ਫਿਜ਼ੀਕਲ ਐਜੂਕੇਸ਼ਨ ਨਾਲ, ਉਹ ਕਵੇ ਵੀ ਮੈਨੂੰ ਤੁਸੀਂ ਕੋਰਸ ਲੈ ਕੇ ਦਿਓ ਜੀ ਇੰਜੀਨੀਅਰਿੰਗ ਦਾ, ਮੈਂ ਕਿੱਦਾਂ ਲੈ ਦੂੰਗਾ। ਬਹੁਤ ਸਾਰੇ ਕੋਰਸ ਨੇ ਜਿੱਦਾਂ ਇੰਜੀਨੀਅਰਿੰਗ ਦੇ ਤੁਸੀਂ ਕਰ ਸਕਦੇ ਹੋ, ਕੋਈ ਲੈਬੋਰਟਰੀ ਵਾਲਾ ਕੋਰਸ ਹੈਗਾ। ਬਾਕੀ ਜਿੰਨਾ ਕੁ ਵੀ ਹਾਲਾਤ ਬਣੇ ਹੋਏ ਟੈਂਪਰੇਰੀ ਹੈ। ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਜਿਹੜੀ ਵੈਕਸੀਨ ਉਹ ਤਿਆਰ ਹੋ ਚੁੱਕੀ ਹੈ। ਹੁਣ ਰਸ਼ੀਆ ਦੀ ਵੈਕਸੀਨ ਆ ਚੁੱਕੀ ਹੈ, ਹੋਰ 4 ਕੰਟਰੀਆਂ। ਅੱਜ ਕਰੋਨਾ ਵਾਇਰਸ ਦਾ ਮੋੜਾ ਵਾ, ਬਿਲਕੁਲ ਹਜੇ ਤੱਕ ਅਸੀਂ ਇਹ ਨਹੀਂ ਦੇਖਿਆ ਕਿ ਗੰਭੀਰ ਰੂਪ ਦੇ ਵਿੱਚ ਵੱਡੀਆਂ ਮੌਤਾਂ ਹੋ ਰਹੀਆਂ। ਹੁਣ ਜਦੋਂ ਕਰੋਨਾ ਆਇਆ ਸੀਗਾ ਉਦੋਂ ਇਹਦਾ ਹਾਲਾਤ ਕੁਝ ਹੋਰ ਸੀਗੇ, ਅੱਜ ਕੋਈ ਹੋਰ ਆ। ਅੱਜ ਅਸੀਂ ਇਹਦੇ ਨਾਲ ਲੜਨ ਲਈ ਤਿਆਰ ਆ। ਪੂਰੀ ਦੁਨੀਆ ਨੇ ਇਹ ਚੀਜ਼ ਮੰਨ ਲਈ ਹੈ। ਅੰਬੈਸੀਆਂ ਵੀ ਖੁੱਲ ਗਈਆਂ, ਵੀਜ਼ੇ ਵੀ ਆਣੇ ਸ਼ੁਰੂ ਹੋ ਗਏ, ਹੁਣ ਜਹਾਜ਼ ਵੀ ਚੱਲ ਪੈਣੇ ਆ। ਬਿਲਕੁਲ। ਇੱਕ ਅਗਰ ਵਿਦਿਆਰਥੀਆਂ ਦੀ ਨਾ ਕੁਐਰੀਜ਼ ਬੜੀਆਂ ਆ ਰਹੀਆਂ ਨੇ ਕਿ ਅਸੀਂ ਆਪਣਾ ਆਇਲਸ ਕੀਤਾ ਸੀਗਾ, ਹਾਂਜੀ, ਲੋਕਡਾਊਨ ਕਰਕੇ ਹੁਣ ਕਿਤੇ ਤਾਂ ਸਾਲ ਦਾ ਸਾਡਾ ਪਿਆ ਸੀਗਾ, ਪਿਛਲੇ ਮੰਨ ਲਓ 2 ਸਾਲ ਪਹਿਲਾਂ 1.5 ਸਾਲ ਪਹਿਲਾਂ ਕੀਤਾ ਸੀਗਾ, ਤੇ 7-8 ਮਹੀਨੇ ਤਾਂ ਸਾਡੇ ਸਾਰਾ ਬੰਦ 'ਚ ਹੀ ਨਿਕਲ ਗਏ। ਹੁਣ ਉਹ ਲੋਕ ਕੀ ਕਰਨ ਜਿਨ੍ਹਾਂ ਦੇ ਆਇਲਸ ਵਾਲੇ ਜੋ ਸਰਟੀਫਿਕੇਟ ਨੂੰ ਐਕਸਪਾਇਰ ਹੋ ਗਏ? ਦੇਖੋ ਅੰਬੈਸੀ ਵੱਲੋਂ ਵੈਬੀਨਾਰ 'ਚ ਬੜਾ ਕਲੀਅਰ ਕੀਤਾ ਗਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਆਇਲਸ ਦੇ ਸਰਟੀਫਿਕੇਟ ਐਕਸਪਾਇਰ ਹੋ ਗਏ, ਜਿਨ੍ਹਾਂ ਦੀ ਆਈਲੈਟ ਖਤਮ ਹੋਣ ਵਾਲੀ ਸੀਗੀ ਜਾਂ ਫਾਈਲ ਲਾਈ ਹੋਈ ਆ ਖਤਮ ਹੋ ਗਈ ਆ, ਉਹਨਾਂ ਦੇ ਵੀਜ਼ੇ ਅੰਬੈਸੀ ਵਾਲੇ ਰਿਫਿਊਜ਼ ਨਹੀਂ ਕਰਨਗੇ। ਅਫਸਰ ਨੇ ਇੱਥੇ ਤੱਕ ਕਹਿ ਦਿੱਤਾ ਕਿ ਤੁਸੀਂ ਆਪਣਾ ਕੇਸ ਅਪਲਾਈ ਕਰ ਦਿਓ, ਅਸੀਂ ਤੁਹਾਨੂੰ AIP ਦੇਵਾਂਗੇ। ਉਹਨਾਂ ਨੇ ਗਰੰਟੀ ਵਰਡ ਤੱਕ ਯੂਜ਼ ਕਰ ਲਿਆ ਕਿ ਅਸੀਂ 100% ਗਰੰਟੀ ਦਿੰਦੇ ਹਾਂ ਕਿ ਤੁਹਾਨੂੰ ਵੀਜ਼ਾ ਦੇਵਾਂਗੇ ਜੇ ਤੁਸੀਂ ਸਾਡੀ ਐਲੀਜੀਬਿਲਿਟੀ ਪੂਰੀ ਕਰਦੇ ਹੋ। ਔਰ ਐਲੀਜੀਬਿਲਿਟੀ ਕਿਹਨੇ ਪੂਰੀ ਕਰਾਣੀ ਹੈ? ਕਾਲਜ ਨੇ ਪੂਰੀ ਕਰਾਣੀ ਹੈ। ਸਧਾਰਨ ਭਾਸ਼ਾ 'ਚ ਸਮਝਾਵਾਂ ਤੁਹਾਨੂੰ, ਜੇ ਤੁਹਾਨੂੰ ਕੈਨੇਡਾ ਦੇ ਕਿਸੇ ਚੰਗੇ ਕਾਲਜ ਨੇ ਦਾਖਲਾ ਦੇ ਦਿੱਤਾ ਨਾ, ਤੁਹਾਡਾ ਵੀਜ਼ਾ ਲੱਗ ਗਿਆ, ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੋਣਾ ਜੇ ਕੋਈ ਗਲਤ ਕਾਗਜ਼ ਨਹੀਂ ਲਾਇਆ। ਜੇ ਤੁਸੀਂ ਫਾਈਲ 'ਚ ਕੋਈ ਨਕਲੀ ਕਾਗਜ਼ ਲਾਇਆ, ਕੋਈ ਇਨਫੋਰਮੇਸ਼ਨ ਮਾੜੀ ਚੰਗੀ ਦਿੱਤੀ, ਫਿਰ ਤੁਹਾਡਾ ਵੀਜ਼ਾ ਰਿਫਿਊਜ਼ ਹੋਣਾ। ਜੇ 2 ਸਾਲ ਦਾ ਕੋਰਸ ਹੈ ਨਾ, ਤਾਂ 2 ਸਾਲ ਦੇ ਫੰਡ ਸ਼ੋਅ ਕਰਨੇ ਪੈਣੇ ਤੁਹਾਨੂੰ। ਇਹ ਭੁਲੇਖੇ 'ਚ ਨਾ ਰਿਓ ਵੀ 1 ਸਾਲ ਦੀ ਫੀਸ ਤਾਰਤੀ, GST ਤਾਰਤੀ ਦਾ ਵੀਜ਼ਾ ਲੱਗ ਜਾਊਗਾ। ਬੜਾ ਕਲੀਅਰ ਅੰਬੈਸੀ ਨੇ ਕਲੀਅਰ ਕੀਤਾ ਕਿ ਸਾਨੂੰ ਮੋਟੀਵੇਸ਼ਨ ਲੈਟਰ ਚਾਹੀਦੀ ਹੈ। ਤੁਸੀਂ ਆਪ ਦੀ ਫਾਈਲ 'ਚ ਸਾਨੂੰ ਲਿਖ ਕੇ ਦਿਓਗੇ ਤੁਸੀਂ ਆਹ ਕੋਰਸ ਕਿਉਂ ਲਿਆ ਵਾ, ਔਰ ਤੁਹਾਡੀ ਅਗਲੇ ਸਾਲ ਦੀ ਪੜ੍ਹਾਈ ਦੇ ਪੈਸੇ ਕਿੱਥੋਂ ਆਣਗੇ। ਤੁਹਾਡੇ ਕੋਲ ਫਾਈਨੈਂਸ਼ੀਅਲ ਪਲਾਨ ਹੋਣਾ ਚਾਹੀਦਾ ਵਾ। ਤੁਹਾਨੂੰ ਫਾਈਲ 'ਚ ਫੰਡ ਦੇ ਕਾਗਜ਼ ਲਾਣੇ ਪੈਣੇ ਆ ਜੇ ਤੁਸੀਂ ਵੀਜ਼ਾ ਲੈਣਾ। ਨਹੀਂ ਤਾਂ ਇਹ ਨਾ ਹੋਵੇ ਕਿ ਪਹਿਲੀ ਅਪਰੂਵਲ ਆ ਜਾਵੇ ਤਾਂ ਦੂਜੀ ਅਪਰੂਵਲ ਤੁਹਾਡੀ ਕੈਂਸਲ ਹੋ ਜਾਵੇ। 2 ਸਟੈਪ ਦੇ ਵਿੱਚ ਵੀਜ਼ਾ ਮਿਲਣਾ। ਪਹਿਲਾ ਵੀਜ਼ਾ ਸਾਰਿਆਂ ਨੂੰ ਮਿਲ ਜਾਣਾ, ਦੂਜਾ ਵੀਜ਼ਾ ਉਹਨੂੰ ਮਿਲਣਾ ਜਿਹਦੇ ਕਾਗਜ਼ ਸਹੀ ਹੋਣਗੇ। ਕੋਈ ਵੀ ਕਾਗਜ਼ ਤੁਸੀਂ ਜਾਲੀ ਲਾਇਆ ਵਾ, ਗਲਤ ਲਾਇਆ ਵਾ, ਤੁਹਾਡਾ ਦੂਜੇ ਸਟੈਪ ਵਾਲਾ ਵੀਜ਼ਾ ਨਹੀਂ ਲੱਗਣਾ। ਪਹਿਲੀ ਅਪਰੂਵਲ ਹਰ ਬੱਚੇ ਨੂੰ ਮਿਲੂਗੀ ਔਰ 15 ਸਤੰਬਰ ਤੱਕ ਦਾ ਟਾਈਮ ਹੈ। ਔਰ ਇਹ ਸਾਰਾ ਪ੍ਰੋਸੈਸ ਅੰਬੈਸੀ ਨੇ ਸਤੰਬਰ ਇਨਟੇਕ ਲਈ ਰੱਖਿਆ, ਇਹ ਜਨਵਰੀ ਇਨਟੇਕ ਲਈ ਨਹੀਂ ਹੈਗਾ। ਬਹੁਤ ਸਾਰੇ ਲੋਕ ਇਹ ਸੋਚਦੇ ਸੀ ਕਿ ਅਸੀਂ ਜਨਵਰੀ 'ਚ ਅਪਲਾਈ ਕਰ ਲਾਂਗੇ, ਅਸੀਂ ਆਇਲਟ ਕਰਕੇ ਅਪਲਾਈ ਕਰ ਲਾਂਗੇ। ਤੁਹਾਡੇ ਘੱਟ ਬੈਂਡ ਨਾ ਅੱਜ ਉਹ ਦਾਖਲਾ ਦੇਣ ਨੂੰ ਤਿਆਰ ਆ ਕਾਲਜਾਂ ਵਾਲੇ। ਇਹ ਸਾਰਾ ਕੁਝ ਸਤੰਬਰ ਇਨਟੇਕ ਲਈ ਹੋ ਰਿਹਾ। ਤੁਹਾਡੇ ਬੈਂਡ ਘੱਟ ਨੇ ਫਿਰ ਵੀ ਵੀਜ਼ਾ ਲੱਗ ਜਾਊਗਾ, ਨੰਬਰ ਘੱਟ ਨੇ ਫਿਰ ਵੀ ਵੀਜ਼ਾ ਲੱਗ ਜਾਊਗਾ। ਕੋਈ ਜਾਲੀ ਕਾਗਜ਼ ਲਾਇਆ ਫਿਰ ਵੀਜ਼ਾ ਨਹੀਂ ਲੱਗਣਾ ਤੁਹਾਡਾ। ਔਰ ਗੈਪ ਕਿੰਨਾ ਕੁ ਐਕਸੈਪਟੇਬਲ ਹੈ? 5-7 ਸਾਲ। ਕੈਨੇਡਾ ਸਰਕਾਰ ਤਾਂ 5 ਸਾਲ ਕਹਿੰਦੀ ਹੈ ਦੇਖੋ ਜੀ, 5-7 ਸਾਲ ਦਾ ਗੈਪ ਹੈਗਾ, ਵੀਜ਼ਾ ਲੱਗ ਜਾਂਦਾ ਜੇ ਬੰਦੇ ਨੇ ਕੁਝ ਕੀਤਾ ਹੋਵੇ। ਜੇ ਤੁਸੀਂ ਜਾਲੀ ਕਾਗਜ਼ ਦਿਓਗੇ ਫਿਰ ਵੀਜ਼ਾ ਨਹੀਂ ਲੱਗਣਾ। ਓਕੇ ਜੀ ਵਿਨੇ ਜੀ, ਬਹੁਤ ਬਹੁਤ ਸ਼ੁਕਰੀਆ ਇਹ ਸਾਰੀ ਜਾਣਕਾਰੀ ਸਾਨੂੰ ਦੇਣ ਦੇ ਲਈ। ਤਾਂ ਵਿਨੇ ਹਰੀ ਜੀ ਨਾਲ ਅਸੀਂ ਇਸ ਵਕਤ ਗੱਲਬਾਤ ਕੀਤੀ, ਉਹਨਾਂ ਨੇ ਸਾਨੂੰ ਸਾਰਾ ਕੁਝ ਦੱਸਿਆ ਕਿ ਜੋ ਵੈਬੀਨਾਰ ਹੋਇਆ ਕੈਨੇਡਾ ਸਰਕਾਰ ਦਾ, ਉਹਨਾਂ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੀਤਾ ਗਿਆ ਸੀ। ਉਹਨਾਂ ਨੇ ਸਾਫ਼ ਕੀਤਾ ਕਿ ਅਗਰ ਕੋਈ ਵਿਅਕਤੀ ਹੁਣ ਉੱਥੇ ਐਡਮਿਸ਼ਨ ਲੈਂਦਾ, ਕੋਈ ਵਿਦਿਆਰਥੀ ਪੜ੍ਹਨ ਜਾਣਾ ਚਾਹੁੰਦਾ ਹੈ, ਤਾਂ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੱਫਿਆਂ ਦੇ ਵਿੱਚ ਵੀਜ਼ੇ ਲੱਗ ਸਕਦੇ ਆ। ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ ਜਗਬਾਣੀ TV।